ਕੋਰੋਨਾ ਮਹਾਮਾਰੀ ਨੇ ਪਿਛਲੇ ਲਗਭਗ 1.5 ਸਾਲ ਤੋਂ ਪੂਰੀ ਦੁਨੀਆ ਦੇ ਵਿੱਚ ਕਹਿਰ ਮਚਾਇਆ ਹੋਇਆ ਹੈ। ਪੂਰੀ ਦੁਨੀਆ ਦੇ ਸਿਹਤ ਕਾਮੇ ਆਪਣੀ ਜਾਨ ਦੇ ਉੱਤੇ ਖੇਡ ਕੇ ਲੋਕਾਂ ਨੂੰ ਕੋਰੋਨਾ ਦੇ ਕਹਿਰ ਤੋਂ ਬਚਾ ਰਹੇ ਨੇ। ਪੰਜਾਬ ਦੇ ਵਿੱਚ ਫਰੰਟਲਾਈਨ ਹੈਲਥ ਵਰਕਰ ਦੇ ਤੌਰ ਦੇ ਉੱਤੇ NHM ਕਾਮੇ ਮੂਰਲੀ ਕਤਾਰ ਦੇ ਵਿੱਚ ਖੜੇ ਹੋ ਕੇ ਪਿਛਲੇ ਲਗਭਗ 1.5 ਸਾਲ ਤੋਂ ਕੋਰੋਨਾ ਤੋਂ ਬਚਾਉਣ ਲਈ ਆਪਣੀਆਂ ਜਾਨਾਂ ਤੇ ਹੋਲ ਰਹੇ ਨੇ। ਪਰ ਪੰਜਾਬ ਸਰਕਾਰ ਵੱਲੋਂ ਉਹਨਾਂ ਦੇ ਇਸ ਕੰਮ ਦੇ ਪ੍ਰਤੀ ਕੋਈ ਸਨਮਾਨ ਦੇਣਾ ਤਾਂ ਦੂਰ ਦੀ ਗੱਲ ਹੈ, ਸਗੋਂ ਉਹਨਾਂ ਦੀਆਂ ਹੱਕੀ ਮੰਗਾਂ ਤੋਂ ਵੀ ਵਾਂਝਿਆਂ ਰੱਖਿਆ ਜਾ ਰਿਹਾ ਹੈ। ਤੇ ਜਦੋਂ ਇਹ ਕਾਮੇ ਆਪਣੇ ਹੱਕਾਂ ਪ੍ਰਤੀ ਆਵਾਜ਼ ਉਠਾਉਂਦੇ ਨੇ ਤੇ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਧਮਕੀ ਮਿਲਦੀ ਹੈ ਨੌਕਰੀ ਤੋਂ ਬਰਖਾਸਤਗੀ ਦੀ। ਜੀ ਹਾਂ ਦੋਸਤੋ, ਸਤਿ ਸ੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਆਜ਼ਾਦ ਪੋਸਟ ਪੰਜਾਬੀ ਤੇ ਮੈਂ ਹਾਂ ਪਵਨਦੀਪ ਸਿੰਘ ਓਡਰਾ। ਅੱਜ ਕਮਿਊਨਿਟੀ ਹੈਲਥ ਸੈਂਟਰ ਭੂੰਗਾ ਵਿਖੇ NHM ਕਰਮਚਾਰੀਆਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਮਨਵਾਉਣ ਲਈ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਮੁਰਦਾਬਾਦ ਮੁਰਦਾਬਾਦ ਮੇਰਾ ਬੇਰੀ 420 ਲੋੜ ਪਈ ਤਾਂ ਜੁੱਤੀ ਨਾਲ ਲੋੜ ਪਈ ਤਾਂ ਜੁੱਤੀ ਨਾਲ ਬੰਦ ਕਰੋ ਬੰਦ ਕਰੋ ਮੁਰਦਾਬਾਦ 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 ਹਾਏ 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 ਇੱਥੇ ਇਹ ਗੱਲ ਦੱਸਣਯੋਗ ਹੈ ਕਿ NHM ਕਰਮਚਾਰੀ ਪਿਛਲੇ 1 ਹਫ਼ਤੇ ਤੋਂ ਆਪਣੀਆਂ ਮੰਗਾਂ ਮਨਵਾਉਣ ਲਈ ਅਣਮਿੱਥੇ ਸਮੇਂ ਦੀ ਹੜਤਾਲ ਦੇ ਉੱਤੇ ਬੈਠੇ ਹਨ। ਤੁਹਾਡੀ ਸਭ ਦੀ ਜਾਣਕਾਰੀ ਲਈ ਦੱਸ ਦਈਏ ਕਿ ਪੰਜਾਬ ਸਰਕਾਰ ਦੁਆਰਾ ਹੜਤਾਲ ਤੇ ਬੈਠੇ ਇਹਨਾਂ ਕਰਮਚਾਰੀਆਂ ਨੂੰ ਅੱਜ ਮੁੜ ਆਪਣੇ ਕੰਮ ਤੇ ਵਾਪਸ ਆਉਣ ਜਾਂ ਨੌਕਰੀ ਤੋਂ ਬਰਖਾਸਤ ਕਰਨ ਦਾ ਅਲਟੀਮੇਟਮ ਵੀ ਦਿੱਤਾ ਗਿਆ ਸੀ। ਪਰ ਇਸ ਅਲਟੀਮੇਟਮ ਦੇ ਬਾਵਜੂਦ NHM ਸਿਹਤ ਕਾਮੇ ਦੁਬਾਰਾ ਆਪਣੀ ਨੌਕਰੀ ਦੇ ਉੱਤੇ ਨਹੀਂ ਗਏ ਤੇ ਉਹਨਾਂ ਨੇ ਆਪਣੀ ਹੜਤਾਲ ਨੂੰ ਜਾਰੀ ਰੱਖਿਆ ਹੈ। ਜਦੋਂ ਇਸ ਸੰਬੰਧ ਵਿੱਚ SMO ਭੂੰਗਾ ਸ਼੍ਰੀ ਮਨੋਹਰ ਲਾਲ ਜੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਇਹਨਾਂ ਕਰਮਚਾਰੀਆਂ ਦੇ ਹੜਤਾਲ ਤੇ ਚਲੇ ਜਾਣ ਦੇ ਕਾਰਨ ਸਿਹਤ ਵਿਭਾਗ ਦੇ COVID-19 ਦੀ ਰੋਕਥਾਮ ਲਈ ਕੀਤੇ ਜਾ ਰਹੇ ਕਾਰਜਾਂ ਤੇ ਸੇਵਾਵਾਂ ਉੱਤੇ ਕਾਫੀ ਪ੍ਰਭਾਵ ਪਿਆ ਹੈ। ਸਾਡਾ CSC ਭੂੰਗਾ ਦਾ ਸਾਰਾ NHM ਦਾ ਜਿਹੜਾ ਸਟਾਫ ਸੀਗਾ ਸਾਡਾ 4 ਤਰੀਕ ਤੋਂ ਸਟ੍ਰਾਈਕ ਤੇ ਚੱਲ ਰਿਹਾ ਸੀ। ਇਹਦੇ ਨਾਲ ਕੋਵਿਡ ਦਾ ਕੰਮ ਵੀ ਔਰ CSC ਭੂੰਗਾ ਦਾ ਜਿਹੜਾ ਬਾਕੀ ਸਾਰੇ ਕੰਮ ਕੋਵਿਡ ਸੈਂਪਲਿੰਗ ਵਗੈਰਾ ਜਾਂ ਵੈਕਸੀਨੇਸ਼ਨ ਜਿਹੜੀ ਹੈਗਾ ਕਾਫੀ ਉਹਦੇ ਨਾਲ ਸਾਡੀ ਜਿਹੜੀ ਹੈ ਪ੍ਰਭਾਵਿਤ ਹੋਈ ਹੈ। ਤਾਂ ਅਸੀਂ ਤਾਂ ਇਹਨਾਂ ਨੂੰ ਔਰ ਸਰਕਾਰ ਨੂੰ ਵੀ ਅਪੀਲ ਇਹੀ ਕਰਦੇ ਹਾਂ ਕਿ ਚਲੋ ਇਹਨਾਂ ਦੀਆਂ ਜਿਹੜੀਆਂ ਕੋਈ ਜਾਇਜ਼ ਮੰਗਾਂ ਹੈਗੀਆਂ ਉਹ ਮੰਨ ਲਈਆਂ ਜਾਣ ਤਾਂ ਕੋਈ ਇਸ ਮਾੜੇ ਟਾਈਮ ਦੇ ਵਿੱਚ ਜਿੱਦਾਂ ਕਿ ਪੈਂਡੈਮਿਕ ਕਰੋਨਾ ਦਾ ਫੈਲਿਆ ਹੋਇਆ ਬਹੁਤ ਜ਼ਿਆਦਾ ਕੇਸ ਵੱਧ ਰਹੇ ਨੇ। ਇਹ ਸਾਰੇ ਅਸੀਂ ਇਹਨਾਂ ਨੂੰ ਵੀ ਅਪੀਲ ਕਰਦੇ ਹਾਂ ਵੀ ਤੁਸੀਂ ਜਿਹੜੇ ਹੈਗੇ ਇਸ ਮੌਕੇ 'ਤੇ ਆਪਣੀਆਂ ਡਿਊਟੀਆਂ ਸੰਭਾਲੋ ਤਾਂ ਕਿ ਜੋ ਹੈਗਾ ਅਸੀਂ ਆਪਣਾ ਮੈਕਸੀਮਮ ਜਿਹੜਾ ਯੋਗਦਾਨ ਹੈਗਾ ਕਰੋਨਾ ਨੂੰ ਕੰਟਰੋਲ ਕਰਨ ਦੇ ਵਿੱਚ ਦੇ ਸਕੀਏ। ਅਤੇ ਸਰਕਾਰ ਨੂੰ ਵੀ ਇਹੀ ਅਪੀਲ ਹੈ ਵੀ ਚਲੋ ਜੋ ਇਹਨਾਂ ਦੀਆਂ ਮੰਗਾਂ ਹੈਗੀਆਂ ਉਹ ਦੇਖ ਕੇ ਕੰਸੀਡਰ ਕੀਤਾ ਜਾਵੇ ਇਹਨਾਂ ਨੂੰ, ਤਾਂ ਜੋ ਜਿਹੜਾ ਸਾਡਾ PSC ਜਾਂ CSC ਦੇ ਜਿਹੜੇ ਕੰਮ ਪ੍ਰਭਾਵਿਤ ਹੋ ਰਹੇ ਆ ਉਹ ਠੀਕ ਢੰਗ ਨਾਲ ਚੱਲ ਸਕਣ। ਸਰ, ਤੁਸੀਂ ਮੰਨਦੇ ਹੋ ਕਿ ਇਹ ਜਿਹੜੇ ਮੁਲਾਜ਼ਮ ਬੈਠੇ ਹੋਏ ਆ ਹੜਤਾਲ ਤੇ ਇਹਨਾਂ ਦੀਆਂ ਜਿਹੜੀਆਂ ਮੰਗਾਂ ਉਹ ਜਾਇਜ਼ ਨੇ? ਬਿਲਕੁਲ ਹਾਂ, ਮੰਗਾਂ ਤਾਂ ਜ਼ਰੂਰ ਠੀਕ ਹੈ। ਇੰਨੇ ਚਿਰ ਤੋਂ ਸਾਲਾਂ ਤੋਂ ਕੰਮ ਕਰ ਰਹੇ ਆ, ਚਲੋ ਜੋ ਵੀ ਹੈਗਾ ਸਰਕਾਰ ਨੂੰ ਕੋਈ ਨੀਤੀ ਬਣਾ ਕੇ ਇਹਨਾਂ ਦਾ ਜਿਹੜਾ ਹੈਗਾ ਜੋ ਵੀ ਇਹਨਾਂ ਦਾ ਬਣਦਾ ਜਿੰਨਾ ਵੀ ਸਰਕਾਰ ਕਰ ਸਕਦੀ ਹੈ ਕੁਝ ਕਰਨਾ ਚਾਹੀਦਾ। ਇਹਨਾਂ ਦੀ ਡਿਊਟੀ ਨਾ ਜਾਣ ਕਰਕੇ ਜਿਸਲੇ ਹੜਤਾਲ ਤੇ ਮੁਲਾਜ਼ਮ ਬੈਠੇ ਆ ਕਿੰਨਾ ਕੁ ਕੰਮ ਪ੍ਰਭਾਵਿਤ ਹੋਇਆ? ਕੰਮ ਤੇ ਕਾਫੀ ਪ੍ਰਭਾਵਿਤ ਹੋਇਆ। ਚਲੋ ਸਾਨੂੰ ਅਸੀਂ ਆਲਟਰਨੇਟਿਵ ਅਰੇਂਜਮੈਂਟ ਕੀਤੇ ਉਹਦੇ ਲਈ, ਬਟ ਫਿਰ ਵੀ ਸਟਾਫ ਦੀ ਤਾਂ ਪਹਿਲਾਂ ਤੋਂ ਸ਼ਾਰਟੇਜ ਪਹਿਲਾਂ ਹੀ ਚੱਲ ਰਹੀ ਹੈ ਸ਼ਾਰਟੇਜ, ਤੇ ਇਹਦੇ ਨਾਲ ਹੋਰ ਜ਼ਿਆਦਾ ਸਾਨੂੰ ਜਿਹੜੀ ਹੈਗੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਕੈਪਟਨ ਸਾਹਿਬ ਨੇ ਜਿੱਦਾਂ ਕਿਹਾ ਕਿ ਜਿਹੜੇ ਕੰਮ ਨਹੀਂ ਕਰਨਗੇ ਉਹਨਾਂ 'ਤੇ ਐਕਸ਼ਨ ਲਿਆ ਜਾਵੇਗਾ, ਇੱਦਾਂ ਦਾ ਵੀ ਕੋਈ ਆਇਆ ਤੁਹਾਨੂੰ ਲੈਟਰਸ ਆਈਆਂ ਹੈਗੀਆਂ ਸਾਡੇ ਗਰੁੱਪ ਦੇ ਵਿੱਚ, ਸਿਵਲ ਸਰਜਨ ਜੋ ਵੀ ਹੈਗਾ ਗਰੁੱਪ ਜਿਹੜਾ ਸਾਡਾ ਬਣਿਆ ਹੋਇਆ NHM ਦਾ ਗਰੁੱਪ ਬਣਿਆ ਹੋਇਆ ਉਹਦੇ ਵਿੱਚ ਮੈਂ ਵੀ ਲੈਟਰ ਪੜ੍ਹੀ ਹੈ, ਲੈਟਰਸ ਤੇ ਆਈਆਂ ਹੈਗੀਆਂ। ਨਹੀਂ, ਐਕਸ਼ਨ ਤਾਂ ਦੇਖੋ ਕੋਈ ਨਹੀਂ। ਸਾਡੇ ਕੋਲ ਉਹਨਾਂ ਨੇ ਲਿਸਟ ਹੀ ਮੰਗੀ ਸੀ ਵੀ ਜਿਹੜੇ ਐਮਪਲੋਈ ਸਾਡੇ ਨਹੀਂ ਜੁਆਇਨ ਕੀਤੇ ਹਾਲੇ ਸਟ੍ਰਾਈਕ ਤੇ ਚੱਲ ਰਿਹਾ, ਸਾਨੂੰ ਉਹਨਾਂ ਦੀ ਲਿਸਟ ਭੇਜੋ, ਅਸੀਂ ਉਹਨਾਂ ਦੀ ਭੇਜ ਰਹੇ ਹਾਂ ਲਿਸਟ। ਕੀ ਮਤਲਬ ਤੁਸੀਂ ਕੀ ਸੋਚਦੇ ਹੋ? ਮੇਰਾ ਤਾਂ ਇਹੀ ਹੈਗਾ, ਅਸੀਂ ਇੰਪਲੋਈਜ਼ ਦੇ ਨਾਲ ਹੈਗੇ ਹਾਂ ਤੇ ਇਹਨਾਂ ਦਾ ਜੋ ਵੀ ਹੈ ਜਿੰਨਾ ਸਰਕਾਰ ਕਰ ਸਕਦੀ ਉਹਨਾਂ ਨੂੰ ਮੈਕਸਿਮਮ ਇਹਨਾਂ ਦਾ ਜਿਹੜਾ ਹੈਗਾ ਸੋਚਣਾ ਚਾਹੀਦਾ ਇਹਨਾਂ ਦੇ ਬਾਰੇ। ਉਹਨਾਂ ਨੇ ਇਹਨਾਂ ਕਰਮਚਾਰੀਆਂ ਦੀ ਜਾਇਜ਼ ਮੰਗਾਂ ਨੂੰ ਮੰਨਣ ਲਈ ਸਰਕਾਰ ਨੂੰ ਅਪੀਲ ਵੀ ਕੀਤੀ। ਜ਼ਿਕਰਯੋਗ ਹੈ ਕਿ 1 ਹਫ਼ਤਾ ਪਹਿਲਾਂ ਸ਼ੁਰੂ ਕੀਤੀ ਇਸ ਹੜਤਾਲ ਦੌਰਾਨ ਹੀ NHM ਕਮੇਟੀ ਦਾ ਪੰਜਾਬ ਪੱਧਰ ਦੇ ਉੱਤੇ ਪੁਨਰਗਠਨ ਕੀਤਾ ਗਿਆ। ਇਸ ਮੌਕੇ ਹੜਤਾਲ ਤੇ ਬੈਠੇ ਕਰਮਚਾਰੀਆਂ ਨੇ ਆਜ਼ਾਦ ਪੋਸਟ ਪੰਜਾਬੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਕਰੋਨਾ ਕਾਲ ਦੌਰਾਨ ਪਹਿਲਾਂ ਵੀ ਦਿਨ ਰਾਤ ਲੋਕਾਂ ਦੀ ਸੇਵਾ ਕੀਤੀ ਹੈ ਤੇ ਹੁਣ ਵੀ ਕਰਨਾ ਚਾਹੁੰਦੇ ਹਾਂ।
ਪਰ ਸਰਕਾਰ ਦੁਆਰਾ ਉਹਨਾਂ ਨਾਲ ਕੀਤਾ ਜਾ ਰਿਹਾ ਵਿਤਕਰਾ ਅਤੇ ਧੱਕੇਸ਼ਾਹੀ ਉਹਨਾਂ ਨੂੰ ਸੰਘਰਸ਼ ਕਰਨ ਤੇ ਹੜਤਾਲ ਤੇ ਬੈਠਣ ਲਈ ਮਜਬੂਰ ਕਰਦੇ ਨੇ। ਐਨਐਚਐਮ ਦੇ ਮੁਲਾਜ਼ਮ ਪਿਛਲੇ 14 ਸਾਲ ਤੋਂ ਬਹੁਤ ਹੀ ਘੱਟ ਤਨਖਾਹਾਂ ਤੇ ਸਿਹਤ ਡਿਪਾਰਟਮੈਂਟ ਦੇ ਵਿੱਚ ਕੰਮ ਕਰ ਰਹੇ ਆ। ਉਹਨਾਂ ਦੀਆਂ ਲਗਭਗ 5% ਤਨਖਾਹ ਘੱਟ ਹੈਗੀਆਂ, ਮਤਲਬ ਕਿ 20% ਤਨਖਾਹਾਂ ਹੈ। ਅਸੀਂ ਸਰਕਾਰ ਨੂੰ ਬੜੀ ਵਾਰ ਕਿਹਾ ਕਿ ਸਾਡੀਆਂ ਤਨਖਾਹਾਂ ਬਾਰੇ ਸੋਚਿਆ ਜਾਵੇ। ਅਸੀਂ ਪਹਿਲਾਂ ਸਰਕਾਰ ਨੂੰ ਕਦੇ ਇੱਦਾਂ ਮਜਬੂਰ ਨਹੀਂ ਕੀਤਾ, ਸਰਕਾਰ ਨੇ ਸਾਨੂੰ ਮਜਬੂਰ ਕੀਤਾ ਸਟ੍ਰਾਈਕ ਕਰਨ ਵਾਸਤੇ। ਕਰੋਨਾ ਪਿਛਲੇ 1 ਸਾਲ ਤੋਂ ਚੱਲਦਾ ਆ ਰਿਹਾ ਆ। ਪਿਛਲੇ ਸਾਲ ਸਾਡੇ ਸਿਹਤ ਮੰਤਰੀ ਨੇ ਸਾਨੂੰ ਇਹ ਕਿਹਾ ਸੀਗਾ ਵੀ ਮੈਂ ਤੁਹਾਨੂੰ 2 ਮਹੀਨਿਆਂ ਦੇ ਅੰਦਰ ਅੰਦਰ ਪੱਕੇ ਕਰ ਦਾਂਗਾ। ਇਸ ਗੱਲ ਨੂੰ ਵੀ 7-8 ਮਹੀਨੇ ਹੋ ਗਏ ਆ। ਪਿਛਲੀ ਮੀਟਿੰਗ ਵੀ ਅਸੀਂ ਸਿਹਤ ਮੰਤਰੀ ਨਾਲ ਕੀਤੀ ਸੀਗੀ 5 ਮਈ ਨੂੰ। ਉਹਦੇ 'ਚ ਵੀ ਆਪਾਂ ਇਹ ਕਿਹਾ ਸੀ ਵੀ ਸਾਡੀਆਂ ਜਿਹੜੀਆਂ ਮੰਗਾਂ ਹੈਗੀਆਂ ਇਹਨਾਂ 'ਤੇ ਧਿਆਨ ਦਿਓ, ਸਾਨੂੰ ਰੈਗੂਲਰਾਈਜ਼ ਕਰੋ। ਸਿਹਤ ਮੰਤਰੀ ਕਹਿੰਦੇ ਆ ਕਿ ਅਸੀਂ ਤੁਹਾਨੂੰ ਰੈਗੂਲਰਾਈਜ਼ ਨਹੀਂ ਕਰ ਸਕਦੇ ਕਿਉਂਕਿ ਸਾਡੀਆਂ ਪੋਸਟਾਂ ਦੇ ਵਿੱਚ ਕੁਝ ਸੈਂਕਸ਼ਨਡ ਪੋਸਟ ਹੈ, ਕੁਝ ਨੋਨ ਸੈਂਕਸ਼ਨਡ ਪੋਸਟ ਹੈ। ਨੋਨ ਸੈਂਕਸ਼ਨਡ ਪੋਸਟ ਇਹ ਕਹਿ ਦਿੰਦੇ ਆ ਵੀ ਨੋਨ ਸੈਂਕਸ਼ਨਡ ਪੋਸਟ ਹੈ, ਪਰ ਇੱਦਾਂ ਦੀਆਂ ਕਈ ਪੋਸਟਾਂ ਨੇ ਜਿਹੜੀਆਂ ਕਿ ਖਤਮ ਹੀ ਨਹੀਂ ਹੋ ਸਕਦੀਆਂ। ਜਿਵੇਂ ਕਿ CHO ਲੈ ਲਓ, ਉਹ 5000 ਆਬਾਦੀ ਦੇ ਕੰਮ ਕਰ ਰਿਹਾ। WHO ਕਹਿ ਰਿਹਾ ਕਿ 1000 ਆਬਾਦੀ ਦਾ ਇੱਕ ਡਾਕਟਰ ਹੋਣਾ ਚਾਹੀਦਾ। ਆਪਣੇ ਦੇਸ਼ ਦੇ ਵਿੱਚ 5000 ਆਬਾਦੀ ਦੇ ਇੱਕ ਸਬ ਸੈਂਟਰ ਜਿਹਦੇ ਵਿੱਚ ਕੋਈ ਡਾਕਟਰ ਨਹੀਂ ਹੈ। ਉੱਥੇ BMS ਡਾਕਟਰ ਨੂੰ ਬ੍ਰਿਜ ਕੋਰਸ ਕਰਾ ਕੇ ਬਿਠਾ ਦਿੱਤਾ ਤਾਂ ਜੋ ਲੋਕਾਂ ਨੂੰ ਸੇਵਾਵਾਂ ਮਿਲਣ। ਹੁਣ ਕੀ ਮੈਨੂੰ ਇਹ ਦੱਸਿਆ ਜਾਵੇ ਕਿ ਸ਼ੂਗਰ ਖਤਮ ਹੋ ਜਾਏਗੀ, ਬਲੱਡ ਪ੍ਰੈਸ਼ਰ ਖਤਮ ਹੋ ਜਾਏਗਾ, ਪ੍ਰੈਗਨੈਂਟ ਲੇਡੀ ਜਿਹੜੀ ਆ ਉਹਨਾਂ ਨੂੰ ਟ੍ਰੀਟਮੈਂਟ ਦੀ ਲੋੜ ਨਹੀਂ ਪਏਗੀ, ਬੱਚਿਆਂ ਨੂੰ ਟੀਕੇ ਦੀ ਲੋੜ ਨਹੀਂ ਪਏਗੀ। ਅਗਰ ਉਹ ਅਨਸੈਂਕਸ਼ਨਡ ਪੋਸਟ ਹੈ ਤਾਂ ਸੈਂਕਸ਼ਨਡ ਕਿੰਨ ਕਰਨੀ? ਇਹ ਇੱਦਾਂ ਦੀ ਕੋਈ ਬਿਮਾਰੀ ਨਹੀਂ ਹੈਗੀ ਹੈ ਜਿਹੜੀ ਕਿ 50 ਸਾਲ 'ਚ ਖਤਮ ਹੋ ਜਾਏਗੀ ਜਾਂ 100 ਸਾਲ 'ਚ। ਇਹ ਤਾਂ ਲਗਾਤਾਰ ਚੱਲਦੀ ਰਹੇਗੀ। ਹੁਣ RBSK ਹੈ, ਸਕੂਲ ਹੈਲਥ ਹੈ, ਬੱਚੇ ਬਿਮਾਰ ਹੋਣੇ ਹਟ ਜਾਣਗੇ, ਜਮਾਂਦਰੂ ਨੁਕਸ ਹਟ ਜਾਣਗੇ। ਜੇ ਉਹਨੇ ਪੋਸਟ ਨੋਨ ਸੈਂਕਸ਼ਨਡ ਹੈ ਤਾਂ ਸੈਂਕਸ਼ਨਡ ਕਿੰਨ ਕਰਨੀ? ਇਸ ਦੀ ਜ਼ਿੰਮੇਵਾਰੀ ਵੀ ਸਰਕਾਰ ਦੀ ਹੈ। ਫਿਰ ਸਰਕਾਰ ਕਹਿੰਦੀ ਹੈ ਜੀ ਸਾਡੇ ਕੋਲ ਬਜਟ ਨਹੀਂ ਹੈਗਾ। ਅਸੀਂ ਕਿਹਾ ਤੁਸੀਂ ਸਾਨੂੰ ਪੇ ਸਕੇਲ ਦਿਓ ਜਿੱਦਾਂ ਹਰਿਆਣੇ 'ਚ ਦਿੱਤਾ। ਕਹਿੰਦੇ ਸਾਡੇ ਕੋਲ ਬਜਟ ਨਹੀਂ ਹੈਗਾ, ਪੈਸਾ ਨਹੀਂ ਹੈਗਾ। ਤੁਹਾਡੀ ਫੰਡਿੰਗ ਜਿਹੜੀ ਹੈ ਸੈਂਟਰ ਤੋਂ ਆਉਂਦੀ ਹੈ, ਸੈਂਟਰ ਆਪਣਾ ਪੈਸਾ ਘੱਟ ਭੇਜਦੀ ਹੈ। ਪਰ ਜੇ ਹਰਿਆਣੇ ਨੂੰ ਭੇਜ ਸਕਦੀ ਹੈ ਕਿ ਸਾਨੂੰ ਨਹੀਂ ਭੇਜ ਸਕਦੀ? ਸੈਂਟਰ ਨੂੰ ਆਪਾਂ ਕਈ ਵਾਰ ਚਿੱਠੀਆਂ ਪਾਈਆਂ। ਸੈਂਟਰ ਇਹ ਕਹਿੰਦਾ ਆ ਕਿ ਸਟੇਟ ਸਾਡੇ ਤੋਂ ਮੰਗੇ ਆਪਾਂ ਦੇ ਦਾਂਗੇ, ਪਰ ਸਟੇਟ ਸਾਨੂੰ ਸੈਂਟਰ ਉੱਤੇ ਪਾ ਦਿੰਦੀ ਸਾਰੀ ਗੱਲ। ਫਿਰ ਅਸੀਂ ਇਹ ਕਹਿੰਦੇ ਆ ਕਿ ਸਾਨੂੰ ਕੋਈ ਗੱਲ ਨਹੀਂ, ਤੁਸੀਂ ਸਾਨੂੰ ਨਾ ਦਿਓ ਪੇ ਸਕੇਲ, ਸਾਨੂੰ ਜਿੱਥੇ ਵੀ ਹੈਗੇ ਆ ਜਿੰਨੀ ਵੀ ਤਨਖਾਹ 'ਤੇ ਹੈਗੇ ਆ ਉਨੀ ਤੇ ਪੱਕੇ ਕਰ ਦਿਓ। 2 ਸਾਲ ਪ੍ਰੋਬੇਸ਼ਨ ਰੱਖ ਦਿਓ। ਇਹਦੇ ਨਾਲ ਸਰਕਾਰ ਦੇ ਤਾਂ 1 ਰੁਪਏ ਦਾ ਬੋਝ ਨਹੀਂ ਪਏਗਾ। ਸਰਕਾਰ ਇਸ ਗੱਲ ਨੂੰ ਵੀ ਨਹੀਂ ਮੰਨਦੀ ਆ ਰਹੀ ਹੈ। ਤੇ ਅੱਜ ਜੇ ਅਸੀਂ ਸਟ੍ਰਾਈਕ 'ਤੇ ਬੈਠੇ ਆ, ਸਿਰਫ ਸਰਕਾਰ ਕਰਕੇ ਬੈਠੇ ਆ। ਕਰੋਨਾ ਦੌਰ ਹੈਗਾ ਆ, ਅਸੀਂ ਲੋਕਾਂ ਦੀ ਸੇਵਾ ਕਰਨੀ ਚਾਹੁੰਦੇ ਆ, ਪਰ ਸਰਕਾਰ ਸਾਨੂੰ ਮਜਬੂਰ ਕਰਦੀ ਹੈ ਕਿ ਅਸੀਂ ਸਟ੍ਰਾਈਕ ਕਰੀਏ। ਹੁਣ ਐਗਜ਼ਾਮਪਲ ਲੈ ਲਓ ਤਨਖਾਹ ਦੀ ਗੱਲ। BMS ਡਾਕਟਰ, ਮੈਂ BMS ਡਾਕਟਰ ਹਾਂ। BMS ਡਾਕਟਰ ਨੂੰ 20000 ਤੇ NHM 'ਚ ਰੱਖਿਆ ਜਾਂਦਾ। ਅਗਰ ਰੈਗੂਲਰ ਡਿਪਾਰਟਮੈਂਟ 'ਚ ਦੇਖਿਆ ਜਾਵੇ, ਉਹਦੀ ਤਨਖਾਹ ਜਿਹੜੀ ਹੈ, ਪਹਿਲੀ ਤਨਖਾਹ 72 ਤੋਂ 73000 ਰੁਪਇਆ ਹੁੰਦੀ ਹੈ। NHM ਦੇ ਵਿੱਚ 6% ਇੰਕਰੀਮੈਂਟ ਸਾਲਾਨਾ ਲੱਗਦਾ। ਅਗਰ ਉਹ 6% ਇੰਕਰੀਮੈਂਟ ਆਪਾਂ ਦੇਖਦੇ ਜਾਈਏ, 22 ਸਾਲ ਬਾਅਦ ਜਾ ਕੇ BMS ਨੂੰ ਆਪਣੀ ਪਹਿਲੀ ਤਨਖਾਹ ਮਿਲਦੀ ਹੈ ਜੋ ਰੈਗੂਲਰ ਦੇ ਬਰਾਬਰ ਹੈ। 22 ਸਾਲ। ਕੀ ਇਹ ਜਾਇਜ਼ ਗੱਲ ਹੈਗੀ ਹੈ? ਅਗਰ ਸਰਕਾਰ ਨੇ ਪਿਛਲੀ ਸਾਲ 18% ਦਿੱਤਾ, ਜਿਸ 'ਚੋਂ 6% ਸਾਡਾ ਸੀ, 12% ਸੀ, 9% ਸਰਕਾਰ ਹੁਣ ਦੇ ਰਹੀ ਹੈ। ਫਿਰ ਵੀ 16-17 ਸਾਲ ਤਾਂ ਲੱਗਣਗੇ ਸਾਡੀ ਐਕਚੁਅਲ ਤਨਖਾਹ ਜਿਹੜੀ ਰਿਸਪੈਕਟਫੁਲ ਤਨਖਾਹ 'ਤੇ ਪਹੁੰਚਣ ਲਈ। ਕੀ ਇਹ ਸਾਡੇ ਨਾਲ ਨਜਾਇਜ਼ ਨਹੀਂ ਹੋ ਰਿਹਾ? ਸਰਕਾਰ ਇਹ ਕਹਿੰਦੀ ਹੈ ਵੀ ਅਸੀਂ ਤੁਹਾਨੂੰ ਜੀ 15% ਦੇ ਦਿੱਤਾ ਹੁਣ, ਜਿਸ 'ਚੋਂ 6% ਸਾਡਾ, 9% ਸਾਡਾ। ਜਿਹੜੇ ਲੋਅਰ ਕੈਡਰ ਦੇ ਬੰਦੇ ਆ, ਜਿੱਦਾਂ ANM ਹੋ ਗਈ ਆ, ਸਾਡੇ ਫਾਰਮਾਸਿਸਟ ਹੋ ਗਏ ਆ, ਉਹ 900 ਰੁਪਏ ਉਹਨੂੰ ਵਾਧਾ ਮਿਲਿਆ 9% ਦੇ ਸਾਨੂੰ। 10,000 ਤੇ ਉਹ ਨੌਕਰੀ ਕਰ ਰਹੀ, 900 ਰੁਪਏ ਦਾ ਵਾਧਾ ਹੋਇਆ। ਕੀ ਫਾਇਦਾ ਹੋਇਆ? ਉਹ 10,000 ਵਾਲੇ ਵੀ ਇਹ ਕਹਿ ਰਹੇ ਆ ਕਿ ਸਾਨੂੰ ਵਾਧੂ ਨਾ ਦਿਓ ਤਨਖਾਹ, 1% ਵੀ ਨਾ ਦਿਓ, ਬਸ ਜਿੱਥੇ ਹੈਗੇ ਆ ਸਾਨੂੰ ਪੱਕਿਆ ਕਰ ਦਿਓ। ਹੁਣ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਤੁਹਾਨੂੰ ਰੈਗੂਲਾਈਜੇਸ਼ਨ ਵਾਸਤੇ ਇੱਕ ਪਾਲਿਸੀ ਬਣਾ ਦਿੰਦੇ ਆ ਕਿ 50% ਰਿਜ਼ਰਵੇਸ਼ਨ ਜਿਹੜੀ ਹੋਏਗੀ ਉਹ NHM ਦੀ ਹੋਏਗੀ, ਸਿਕਿਉਰਿਟੀ ਬੇਸ 'ਤੇ ਆਪਾਂ ਉਹਨਾਂ ਨੂੰ ਰੱਖ ਲਾਂਗੇ। ਹੁਣ ਆਯੁਰਵੇਦ ਦੇ ਵਿੱਚ ਅਗਰ ਜੇ ਗੱਲ ਕਰੀਏ, ਸਾਡੀ ਸਿਰਫ 90 ਪੋਸਟਾਂ ਖਾਲੀ ਹੈ, ਜਦ ਕਿ NHM ਦੇ ਵਿੱਚ ਅਸੀਂ 700-800 ਬੰਦੇ ਆ। ਕਿੱਦਾਂ ਪੱਕੇ ਹੋਵਾਂਗੇ? ਟੋਟਲ ਪੋਸਟਾਂ ਹੀ 520 ਆ, ਕਿੱਦਾਂ ਪੱਕੇ ਹੋ ਜਾਵਾਂਗੇ? ਹੁਣ ਸਾਡੇ ਨਾਲ ਫਾਰਮਾਸਿਸਟ ਹੈ, ਸਰਕਾਰ ਨੇ ਰੈਗੂਲਰ ਡਿਪਾਰਟਮੈਂਟ ਫਾਰਮੇਸੀ ਆਫਿਸਰ ਰੱਖਿਆ ਜਿਹਦੀ ਕੀ ਕੁਆਲੀਫਿਕੇਸ਼ਨ ਹੈ B ਫਾਰਮੇਸੀ। ਜਿਹੜੇ ਸਾਡੇ ਕੋਲ D ਫਾਰਮੇਸੀ ਵਾਲੇ ਉਹ ਕਿੱਦਾਂ ਜਾਣਗੇ? ਜਿਹੜੀਆਂ ਬਾਕੀ ਸਾਡੀਆਂ ਸਟਾਫ ਨਰਸਾਂ ਆ 52-53 ਸਾਲ ਦੀਆਂ ਹੋ ਗਈਆਂ, ਕਦੋਂ ਪੋਸਟਾਂ ਨਿਕਲਣਗੀਆਂ? ਕਿ 58 ਸਾਲ ਦੀ ਨੂੰ ਨੌਕਰੀ ਦੇਗੀ? ਕਦੋਂ ਪੱਕੇ ਹੋ ਗਏ? ਉਹ ਹੈਲਥ ਡਿਪਾਰਟਮੈਂਟ ਦੇ ਅਸੀਂ ਜੋਬ ਕਰਦੇ ਹਾਂ। ਅਗਰ ਜੇ ਦੇਖਿਆ ਜਾਵੇ ਅਸੀਂ ਸਿਹਤ ਦੇ ਮੁਲਾਜ਼ਮ ਹੈਗੇ ਆ। ਅਗਰ ਬਿਜਲੀ ਡਿਪਾਰਟਮੈਂਟ 'ਚ ਕੋਈ ਬੰਦਾ ਕੰਮ ਕਰਦਾ ਹੈ ਨਾ, ਉਹਨੂੰ ਬਿਜਲੀ ਫਰੀ ਆ। ਟੈਲੀਫੋਨ ਦੇ ਡਿਪਾਰਟਮੈਂਟ 'ਚ ਕਰਦਾ ਤੇ ਉਹਨੂੰ ਟੈਲੀਫੋਨ ਦੀ ਸੇਵਾਵਾਂ ਫਰੀ ਆ। ਸਾਨੂੰ ਕੀ ਫਰੀ ਹੈ? ਸਾਨੂੰ ਤਾਂ ਮੈਡੀਕਲ ਰਿਵਰਸਮੈਂਟ ਤੱਕ ਨਹੀਂ ਫਰੀ ਹੈਗੀ ਹੈ। ਅਸੀਂ ਆਪਣਾ ਇਲਾਜ ਆਪਣੇ ਪੈਸੇ ਕਰਾਵਾਂਗੇ, ਉਹ ਵੀ ਇੰਨੀ ਘੱਟ ਤਨਖਾਹ ਦੇ ਉੱਤੇ।
ਅਸੀਂ ਇਸੇ ਕਰਕੇ ਇਹ ਕਹਿੰਦੇ ਆ ਕਿ ਸਰਕਾਰ ਸਾਡੀਆਂ ਸੇਵਾਵਾਂ ਰੈਗੂਲਰ ਕਰਨ ਤਾਂ ਜੋ ਅਸੀਂ ਸਾਡਾ ਪਰਿਵਾਰ ਸਾਰਾ ਸੇਫ ਰਵੇ। ਅਸੀਂ ਕਰੋਨਾ ਦੇ ਵਿੱਚ ਵੱਧ ਤੋਂ ਵੱਧ ਕੰਮ ਕਰ ਰਹੇ ਹਾਂ। ਲਗਭਗ 75% ਜਿਹੜਾ ਕਰੋਨਾ ਦੀ ਸੈਂਪਲਿੰਗ ਦਾ ਕੰਮ ਹੈ ਉਹ ਜਿਹੜੇ RBS ANHM ਕਰ ਰਿਹਾ, ਸਾਡੀਆਂ ANMਾਂ ਕਰ ਰਹੀਆਂ, ਸਾਡੇ ਹੋਰ ਬੰਦੇ ਕਰ ਰਹੇ ਨੇ। 75% ਤੋਂ ਵੱਧ ਕੰਮ ਜਿਹੜਾ ਸਾਡਾ ਕਰ ਰਿਹਾ। ਅਸੀਂ ਆਈਸੋਲੇਸ਼ਨ 'ਚ ਕੰਮ ਕੀਤਾ, ਅਸੀਂ ਕੁਆਰੰਟਾਈਨ ਦੇ ਵਿੱਚ ਕੰਮ ਕੀਤਾ, ਅਸੀਂ ਕੰਟੈਕਟ ਟ੍ਰੇਸਿੰਗ ਕੀਤੀ, ਕੰਟੇਨਮੈਂਟ ਜ਼ੋਨ ਦੇ ਵਿੱਚ ਜਾ ਕੇ ਸੈਂਪਲਿੰਗ ਕੀਤੀ, ਇੱਥੇ ਭੁੰਗੇ ਵਿਖੇ ਵੀ ਅਸੀਂ ਫਲੂ ਕੋਰਨਰ ਤੇ ਕੰਮ ਕੀਤਾ, ਬਹੁਤ ਕੰਮ ਕੀਤਾ ਆ। ਸਰਕਾਰ ਨੂੰ ਵੀ ਪਤਾ ਆ, ਸਰਕਾਰ ਸਾਨੂੰ ਜੇ ਤੋਹਫਾ ਦੇਣਾ ਚਾਹੁੰਦੀ ਹੈ ਸਾਨੂੰ ਰੈਗੂਲਾਈਜੇਸ਼ਨ ਦਾ ਦੇਵੇ, ਵੱਧ ਇੱਕ ਪੈਸਾ ਨਾ ਦੇਵੇ, ਪ੍ਰੋਬੇਸ਼ਨ ਵੀ 2 ਸਾਲ ਦਾ ਰੱਖ ਲਵੇ, ਪਰ ਸਾਨੂੰ ਪੱਕਿਆਂ ਕਰ ਦੇਵੇ। ਅਸੀਂ ਇਹੀ ਉਮੀਦ ਕਰਦੇ ਹਾਂ ਕਿ ਸਰਕਾਰ ਸਾਡੀਆਂ ਸੇਵਾਵਾਂ ਦੇ ਉੱਤੇ ਵਿਚਾਰ ਕਰੇਗੀ। ਅਸੀਂ NHM ਐਸੋਸੀਏਸ਼ਨ ਭੁੰਗਾ ਤੋਂ ਸਰਕਾਰ ਤੋਂ ਇੱਕੋ ਇੱਕ ਡਿਮਾਂਡ ਕਰਦੇ ਹਾਂ ਕਿ ਸਾਨੂੰ ਰੈਗੂਲਰ ਕੀਤਾ ਜਾਏ। ਸਾਡਾ ਕੀ ਕਸੂਰ ਹੈ ਕਿ ਸਾਡੇ ਤੋਂ ਕੰਮ ਪੂਰਾ ਲਿਆ ਜਾਂਦਾ ਹੈ ਤੇ ਤਨਖਾਹ ਅਧੂਰੀ ਦਿੱਤੀ ਜਾਂਦੀ ਹੈ। ਕਰੋਨਾ ਟਾਈਮ 'ਚ ਸਾਡੀਆਂ ਫੈਮਿਲੀਜ਼ ਨੂੰ ਵੀ ਉਹੀ ਸਭ ਕੁਝ ਚਾਹੀਦਾ ਜੋ ਰੈਗੂਲਰ EMPLOYEES ਦੇ ਪਰਿਵਾਰ ਨੂੰ ਚਾਹੀਦਾ। ਸਾਡੇ ਪਰਿਵਾਰ ਵੀ ਉਨੇ ਹੀ ਖਤਰੇ 'ਚ ਨੇ ਜਿੰਨੇ ਰੈਗੂਲਰ EMPLOYEES ਦੇ ਪਰਿਵਾਰ, ਤੇ ਸਾਡੇ ਨਾਲ ਇਹ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ? ਜੇ ਸਾਡੀਆਂ ਪੋਸਟਾਂ ਸੈਂਕਸ਼ਨਡ ਨਹੀਂ ਹਨ ਤਾਂ 14 ਸਾਲ ਤੋਂ ਜਿਹੜੀਆਂ ਪੋਸਟਾਂ ਤੋਂ ਕੰਮ ਲਿਆ ਜਾ ਰਿਹਾ ਉਹ ਕੀ ਕੰਮ ਲਿਆ ਜਾ ਰਿਹਾ ਤੇ ਕਿਉਂ ਲਿਆ ਜਾ ਰਿਹਾ? ਇਹਨਾਂ ਪੋਸਟਾਂ ਦੀ ਤਾਂ ਮਤਲਬ ਕੋਈ ਲੋੜ ਹੀ ਨਹੀਂ ਆ। ਜੇ ਅੱਜ ਸਰਕਾਰ ਕਹਿ ਰਹੀ ਹੈ ਸੈਂਕਸ਼ਨਡ ਨਹੀਂ ਹੈ ਤਾਂ ਜੇ ਪੋਸਟਾਂ ਸੈਂਕਸ਼ਨ ਹੈ ਹੋਣ ਦੀ ਲੋੜ ਹੋਊਗੀ ਤਾਂ ਉਹਨਾਂ ਨੂੰ ਸੈਂਕਸ਼ਨ ਵੀ ਤੁਸੀਂ ਵੀ ਕਰਨਾ। ਕਿਰਪਾ ਕਰਕੇ ਉਹਨਾਂ ਪੋਸਟਾਂ ਨੂੰ ਸੈਂਕਸ਼ਨ ਕਰਕੇ ਸਾਨੂੰ ਪੱਕਿਆਂ ਕੀਤਾ ਜਾਵੇ। ਧੰਨਵਾਦ ਸਰ। ਅਸੀਂ 14 ਸਾਲ ਤੋਂ ਇੰਨੀਆਂ ਨਗੀਨੀਆਂ ਤਨਖਾਹਾਂ ਤੇ ਕੰਮ ਕਰ ਰਹੇ ਹਾਂ, ਪਰ ਸਰਕਾਰ ਨੇ ਅਜੇ ਤੱਕ ਸਾਡੇ ਲਈ ਕੁਝ ਵੀ ਨਹੀਂ ਸੋਚਿਆ। ਅਸੀਂ ਇੰਨੀ ਵਾਰੀ ਦਰੀਆਂ ਤੇ ਬੈਠੇ ਹਾਂ, ਹਰ ਵਾਰੀ ਸਰਕਾਰ ਦੇ ਵਿਸ਼ਵਾਸ ਤੇ ਉੱਠੇ ਹਾਂ ਕਿ ਤੁਹਾਨੂੰ ਰੈਗੂਲਰ ਕੀਤਾ ਜਾਊਗਾ, ਸਾਨੂੰ ਟਾਈਮ ਦਿਓ। ਹੁਣ ਕਰੋਨਾ ਦੇ ਟਾਈਮ ਤੇ ਸਾਨੂੰ ਬਹੁਤ ਦੁੱਖ ਹੋ ਰਿਹਾ ਆ ਕਿ ਅਸੀਂ ਲੋਕਾਂ ਨੂੰ ਜਿੱਥੇ ਸਹੂਲਤਾਂ ਦੇਣੀਆਂ ਉੱਥੇ ਸਾਨੂੰ ਦਰੀਆਂ ਤੇ ਬੈਠਣ ਲਈ ਮਜਬੂਰ ਕੀਤਾ ਸਰਕਾਰ ਨੇ। ਕਿਉਂ ਕੀਤਾ? ਇਹ ਵੀ ਸਰਕਾਰ ਨੇ ਕੀਤਾ। ਸਾਨੂੰ ਕੋਈ ਵੀ ਵਾਅਦਾ ਨਹੀਂ ਦਿੱਤਾ ਜਾਂ ਵਾਅਦਾ ਦਿੱਤਾ ਸਰਕਾਰ ਨੇ 9% ਦਾ। 9% 'ਚ ਕੀ ਹੈ? ਇੱਕ ਮਜ਼ਾਕ ਆ। ਜੇ ਕਿਸੇ ਇੰਪਲਾਈ ਦੀ 10,000 ਤਨਖਾਹ ਆ ਉਹਦੇ ਪਿੱਛੇ 900 ਰੁਪਈਆ ਵਧੂਗਾ। 900 ਰੁਪਏ ਨੂੰ ਕੀ ਕਰਾਂਗੇ? ਇੱਕ ਪਾਸੇ ਸਰਕਾਰ ਕਹਿੰਦੀ ਆ ਕਿ ਆਪਣੇ ਜਦੋਂ ਵੀ ਅਸੀਂ ਕਰੋਨਾ ਲਈ ਲੜਨਾ ਆ ਤਾਂ ਸਾਡੀ ਇਮਿਊਨਿਟੀ ਵਧੀਆ ਹੋਣੀ ਚਾਹੀਦੀ ਆ। ਇਮਿਊਨਿਟੀ ਕਾਹਦੇ ਨਾਲ ਆਊਗੀ? ਜੇ ਅਸੀਂ ਕੁਝ ਖਾਵਾਂਗੇ ਕਾਹਦੇ ਨਾਲ? ਜੇ ਸਾਡੇ ਕੋਲ ਕੋਈ ਪੈਸਾ ਹੋਊਗਾ। ਜੇ ਪੈਸੇ ਤਾਂ 20,000 ਸਰ ਮੇਰੀ ਤਨਖਾਹ ਆ ਤੇ 20,000 ਵਿੱਚ ਮੈਂ ਕੀ ਪਰਿਵਾਰ ਨੂੰ ਪਾਲੂੰਗੀ ਤਾਂ ਕੀ ਮੈਂ ਖਾਊਂਗੀ? ਇਸ ਲਈ ਸਾਡੀ ਸਰਕਾਰ ਤੋਂ ਬਹੁਤ ਜ਼ਿਆਦਾ ਪੁਰਜੋਰ ਅਪੀਲ ਆ ਕਿ ਪਲੀਜ਼ ਸਾਨੂੰ ਟਰਮੀਨੇਸ਼ਨ ਦੀ ਜਗ੍ਹਾ ਸਾਨੂੰ ਇਹ ਅਪੀਲ ਕੀਤੀ ਜਾਵੇ ਕਿ ਤੁਸੀਂ ਕੰਮ ਤੇ ਜਾਓ, ਅਸੀਂ ਤੁਹਾਨੂੰ ਰੈਗੂਲਰ ਕਰਾਂਗੇ ਤੇ ਅਸੀਂ ਤੁਹਾਡਾ ਜੋ ਵੀ ਬਣਦਾ ਮਾਨ ਭੱਤਾ ਦੇਵਾਂਗੇ। ਸਾਡੀ ਅਪਾਇੰਟਮੈਂਟ ਅੱਜ ਤੋਂ 7 ਸਾਲ ਪਹਿਲਾਂ RBS ਕੇ ਡਿਪਾਰਟਮੈਂਟ NHM ਦੇ ਅੰਡਰ ਹੋਈ ਸੀਗੀ, ਪਰ ਪਿਛਲੇ 1.5 ਸਾਲ ਤੋਂ ਅਸੀਂ ਕੋਵਿਡ ਦੇ ਵਿੱਚ ਕੰਮ ਕਰ ਰਹੇ ਹਾਂ, ਜਿਹੜਾ ਕਿ ਡਿਜ਼ਾਸਟਰ ਐਕਟ ਦੇ ਅੰਡਰ ਆਉਂਦਾ ਹੈ। ਪਰ ਅਸੀਂ ਡਿਜ਼ਾਸਟਰ, ਜੇ ਸਾਨੂੰ ਸਰਕਾਰ ਕਹਿੰਦੀ ਹੈ ਕਿ ਅਸੀਂ ਤੁਹਾਨੂੰ ਪੱਕਿਆ ਨਹੀਂ ਕਰਨਾ ਤਾਂ ਸਾਨੂੰ ਫਿਰ ਡਿਜ਼ਾਸਟਰ ਮੈਨੇਜਮੈਂਟ ਦੇ ਅੰਡਰ ਵੀ ਕਿਉਂ ਲਗਾਇਆ ਗਿਆ? ਸਾਨੂੰ ਕੋਵਿਡ ਦੇ ਵਿੱਚ ਕੰਮ ਕਰਨ ਨੂੰ ਮੋਹਰੇ ਕਿਉਂ ਕੀਤਾ ਗਿਆ? ਸਾਨੂੰ ਜਿੰਨੀਆਂ ਤਨਖਾਹਾਂ ਦੇ ਰਹੇ ਸੀ ਓਨਾ ਹੀ ਕੰਮ ਸਾਡੇ ਤੋਂ ਲੈਣਾ ਚਾਹੀਦਾ ਸੀ। ਸਾਨੂੰ ਹੁਣ ਕਰੋਨਾ ਦੇ ਵਿੱਚ ਕੰਮ ਕਰਨ ਲਈ ਕੀ ਕਹਿੰਦੇ 1.5 ਸਾਲ ਤੋਂ ਅਸੀਂ ਕੰਮ ਕਰ ਰਹੇ ਹਾਂ, ਪਰ ਸਾਨੂੰ ਰੈਗੂਲਰ ਕਰਨ ਲਈ ਸਰਕਾਰ ਨਹੀਂ ਮੰਨ ਰਹੀ। ਆਜ਼ਾਦ ਪੋਸਟ ਪੰਜਾਬੀ ਦੇ ਲਈ ਭੂੰਗਾ ਤੋਂ GS ਆਜ਼ਾਦ ਦੀ ਵਿਸ਼ੇਸ਼ ਰਿਪੋਰਟ।